Good morning students. Today we are going to discuss about Bohr's atomic model and its applications. ਅੱਜ ਆਪਾਂ ਸਟਾਰਟ ਕਰਾਂਗੇ ਬੋਹਰ ਐਟੋਮਿਕ ਮਾਡਲ। ਬੋਹਰ ਐਟੋਮਿਕ ਮਾਡਲ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਰਦਰਫੋਰਡ ਮਾਡਲ ਦੀਆਂ ਕੁਝ ਲਿਮਿਟੇਸ਼ਨ ਡਿਸਕਸ ਕਰਾਂਗੇ। ਜੋ ਆਪਾਂ ਨੂੰ ਰਦਰਫੋਰਡ ਨੇ ਮਾਡਲ ਦਿੱਤਾ ਸੀ, ਰਦਰਫੋਰਡ ਨੇ ਆਪਣੇ ਮਾਡਲ ਦੇ ਵਿੱਚ ਇੱਕ ਗੋਲਡ ਫਾਇਲ ਐਕਸਪੈਰੀਮੈਂਟ ਕੀਤਾ ਸੀ ਤੇ ਨਿਊਕਲੀਅਸ ਦੀ ਡਿਸਕਵਰੀ ਕੀਤੀ ਸੀ। ਰਦਰਫੋਰਡ ਨੇ ਕੀ ਕਿਹਾ ਸੀ, ਜਿਵੇਂ ਆਪਣਾ ਸੋਲਰ ਸਿਸਟਮ ਹੈ, ਜਿਵੇਂ ਕਿ ਆਪਣੇ ਕੋਲੇ ਸੋਲਰ ਸਿਸਟਮ ਹੈ, ਸੋਲਰ ਸਿਸਟਮ ਦੇ ਵਿੱਚ ਕੀ ਹੈ, ਸੈਂਟਰ ਦੇ ਵਿੱਚ ਸਨ ਹੈ ਤੇ ਸਨ ਦੇ ਅਰਾਊਂਡ ਪਲੈਨਟਸ ਕੀ ਕਰ ਰਹੇ ਆ, ਰਿਵੋਲਵ ਕਰ ਰਹੇ ਆ। ਸਨ ਦੇ ਅਰਾਊਂਡ ਪਲੈਨਟਸ ਕੀ ਕਰ ਰਹੇ ਆ, ਰਿਵੋਲਵ ਕਰ ਰਹੇ ਆ। ਕਹਿੰਦਾ ਉਸੇ ਸੇਮ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਕੀ ਹੈ, ਨਿਊਕਲੀਅਸ ਹੈ। ਨਿਊਕਲੀਅਸ ਦੇ ਅਰਾਊਂਡ ਕੌਣ ਰਿਵੋਲਵ ਕਰ ਰਹੇ, ਇਲੈਕਟ੍ਰੋਨਸ। ਮਤਲਬ ਉਹ ਪਲੈਨਟਸ ਨੂੰ ਕੀ ਬੋਲ ਰਿਹਾ, ਇਲੈਕਟ੍ਰੋਨਸ, ਤੇ ਨਿਊਕਲੀਅਸ ਨੂੰ ਕੀ ਬੋਲ ਰਿਹਾ, ਸਨ ਬੋਲ ਰਿਹਾ। ਨਿਊਕਲੀਅਸ ਨੂੰ ਕੀ ਬੋਲ ਰਿਹਾ ਸੀਗਾ, ਸਨ ਬੋਲ ਰਿਹਾ ਸੀ। ਇਸ ਕਰਕੇ ਰਦਰਫੋਰਡ ਦੇ ਮਾਡਲ ਨੂੰ ਆਪਾਂ ਪਲੈਨੇਟਰੀ ਮਾਡਲ ਆਫ ਐਟਮ ਵੀ ਬੋਲਦੇ ਹਾਂ। ਇਸ ਕਰਕੇ ਰਦਰਫੋਰਡ ਦੇ ਮਾਡਲ ਨੂੰ ਕੀ ਬੋਲਦੇ ਆ ਆਪਾਂ, ਪਲੈਨੇਟਰੀ ਮਾਡਲ ਆਫ ਐਟਮ ਵੀ ਬੋਲਦੇ ਹਾਂ। ਤਾਂ ਦੇਖੋ ਇਸ ਦੇ ਵਿੱਚ ਦਿਖ ਰਿਹਾ, ਇਸ ਪਿਕਚਰ ਤੁਹਾਨੂੰ ਕਲੀਅਰਲੀ ਦਿਖ ਰਿਹਾ ਹੋਊਗਾ, ਸੈਂਟਰ ਦੇ ਵਿੱਚ ਸਨ ਹੈ, ਸਨ ਦੇ ਅਰਾਊਂਡ ਕੌਣ ਰਿਵੋਲਵ ਕਰ ਰਹੇ ਹੈ, ਪਲੈਨਟਸ। ਸਨ ਦੇ ਅਰਾਊਂਡ ਰਿਵੋਲਵ ਕੌਣ ਕਰ ਰਹੇ ਹੈ, ਪਲੈਨਟਸ। ਐਵੇਂ ਸਿਮਿਲਰਲੀ ਐਟਮ ਦੇ ਵਿੱਚ ਕੀ ਹੁੰਦਾ ਹੈ, ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਹੈ ਅਕੋਰਡਿੰਗ ਟੂ ਰਦਰਫੋਰਡ, ਤੇ ਨਿਊਕਲੀਅਸ ਦੇ ਅਰਾਊਂਡ ਕੌਣ ਰੋਟੇਟ ਕਰ ਰਿਹਾ, ਇਲੈਕਟ੍ਰੋਨਸ। ਨਿਊਕਲੀਅਸ ਦੇ ਅਰਾਊਂਡ ਕੌਣ ਰੋਟੇਟ ਕਰ ਰਿਹਾ, ਇਲੈਕਟ੍ਰੋਨਸ। ਠੀਕ ਹੈ, ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੈਂਟਰ ਦੇ ਵਿੱਚ ਨਿਊਕਲੀਅਸ ਹੁੰਦਾ ਹੈ ਤੇ ਨਿਊਕਲੀਅਸ ਦੇ ਅਰਾਊਂਡ ਕੌਣ ਰੋਟੇਟ ਕਰ ਰਹੇ ਹੁੰਦੇ ਹੈ, ਇਲੈਕਟ੍ਰੋਨਸ ਰੋਟੇਟ ਕਰ ਰਹੇ ਹੁੰਦੇ ਆ। ਹੁਣ ਇਸ ਦੀ ਥਿਓਰੀ ਦੇ ਵਿੱਚ ਲਿਮਿਟੇਸ਼ਨ ਕੀ ਸੀ, ਇਸ ਥਿਓਰੀ ਦੀ ਕਮੀ ਕੀ ਸੀ। ਹੁਣ ਇਹ ਮੰਨਿਆ ਜਾਂਦਾ ਹੈ ਕਿ ਜੋ ਰੈਵੋਲਿਊਸ਼ਨ ਹੈ ਇਲੈਕਟ੍ਰੋਨ ਦਾ, ਇਹ ਮੰਨਿਆ ਜਾਂਦਾ ਹੈ ਕਿ ਰੈਵੋਲਿਊਸ਼ਨ ਆਫ ਇਲੈਕਟ੍ਰੋਨ ਇਨ ਸਰਕੂਲਰ ਔਰਬਿਟ ਇਜ਼ ਨੋਟ ਐਕਸਪੈਕਟਡ ਟੂ ਸਟੇਬਲ, ਕਿ ਜਿਹੜਾ ਰੈਵੋਲਿਊਸ਼ਨ ਹੈ ਸਟੇਬਲ ਨਹੀਂ ਹੈਗਾ। ਕਿਉਂ ਨਹੀਂ ਸਟੇਬਲ ਹੈਗਾ, ਕਿਉਂਕਿ ਇਲੈਕਟ੍ਰੋਮੈਗਨੈਟਿਕ ਥਿਓਰੀ, ਕਿਉਂਕਿ ਇਲੈਕਟ੍ਰੋਮੈਗਨੈਟਿਕ ਥਿਓਰੀ ਕਹਿੰਦੀ ਹੈ ਕਿ ਜਦੋਂ ਵੀ ਕੋਈ ਚਾਰਜ ਪਾਰਟੀਕਲ, ਜਦੋਂ ਵੀ ਕੋਈ ਚਾਰਜ ਪਾਰਟੀਕਲ ਲਾਈਕ ਇਲੈਕਟ੍ਰੋਨ, ਜਦੋਂ ਵੀ ਕੋਈ ਚਾਰਜ ਪਾਰਟੀਕਲ ਲਾਈਕ ਇਲੈਕਟ੍ਰੋਨ ਰਿਵੋਲਵ ਕਰਦਾ ਹੈ, ਜਦੋਂ ਵੀ ਕੋਈ ਚਾਰਜ ਪਾਰਟੀਕਲ ਰਿਵੋਲਵ ਕਰਦਾ ਹੈ ਇਨ ਏ ਸਰਕੂਲਰ ਔਰਬਿਟ, ਰਿਵੋਲਵ ਕਰੂਗਾ ਇਨ ਏ ਸਰਕੂਲਰ ਔਰਬਿਟ, ਜਾਂ ਐਕਸੀਲਰੇਟ ਕਰ ਰਿਹਾ ਇੱਕ ਸਰਕੂਲਰ ਔਰਬਿਟ ਦੇ ਵਿੱਚ, ਤਾਂ ਉਹ ਚਾਰਜ ਪਾਰਟੀਕਲ ਐਨਰਜੀ ਰੇਡੀਏਟ ਕਰਦਾ ਹੈ। ਤਾਂ ਉਹ ਚਾਰਜ ਪਾਰਟੀਕਲ ਕੀ ਰੇਡੀਏਟ ਕਰਦਾ, ਐਨਰਜੀ। ਐਨਰਜੀ ਕੀ ਹੁੰਦੀ ਹੈ, ਐਚ ਨਿਊ। ਜਦੋਂ ਵੀ ਕੋਈ ਚਾਰਜ ਪਾਰਟੀਕਲ ਰੋਟੇਟ ਕਰਦਾ ਹੈ ਕਿਸੇ ਵੀ ਸਰਕੂਲਰ ਪਾਥ ਦੇ ਵਿੱਚ, ਤਾਂ ਉਹ ਚਾਰਜ ਪਾਰਟੀਕਲ ਐਨਰਜੀ ਰਿਲੀਜ਼ ਕਰਦਾ ਹੈ, ਐਨਰਜੀ ਰੇਡੀਏਟ ਕਰਦਾ ਹੈ। ਅਗਰ ਚਾਰਜ ਪਾਰਟੀਕਲ ਐਨਰਜੀ ਰੇਡੀਏਟ ਕਰੂਗਾ ਤਾਂ ਕੀ ਹੋਊਗਾ, ਜੋ ਔਰਬਿਟ ਹੈ ਰਿਵੋਲਵਿੰਗ ਇਲੈਕਟ੍ਰੋਨ ਦੀ, ਜੋ ਔਰਬਿਟ ਹੈ ਰਿਵੋਲਵਿੰਗ ਇਲੈਕਟ੍ਰੋਨ ਦੀ ਵਿਲ ਕੀਪ ਔਨ ਬਿਕਮਿੰਗ ਸਮੋਲਰ ਐਂਡ ਸਮੋਲਰ। ਜਿਹੜੀ ਔਰਬਿਟ ਹੈ ਇਲੈਕਟ੍ਰੋਨ ਦੀ ਉਹ ਹੌਲੀ 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 ਛੋਟੀ ਹੁੰਦੀ ਜਾਊਗੀ, ਤੇ ਲਾਸਟ ਦੇ ਵਿੱਚ ਜਾ ਕੇ ਕੀ ਹੋਊਗਾ, ਜੋ ਰਿਵੋਲਵਿੰਗ ਇਲੈਕਟ੍ਰੋਨ ਹੈ ਆਪਣੀ ਸਾਰੀ એનર્ਜੀ ਲੂਜ਼ ਕਰਕੇ ਅਲਟੀਮੇਟਲੀ ਕਿਸ ਦੇ ਵਿੱਚ ਆ ਕੇ ਡਿੱਗ ਪਊਗਾ, ਨਿਊਕਲੀਅਸ ਦੇ ਵਿੱਚ। ਬਟ ਐਕਚੁਅਲ ਦੇ ਵਿੱਚ ਦੇਖਿਆ ਗਿਆ ਹੈ ਕਿ ਜੋ ਐਟਮਸ ਨੇ ਉਹ ਤਾਂ ਸਟੇਬਲ ਨੇ। ਆਪਾਂ ਪ੍ਰੈਕਟੀਕਲੀ ਦੇਖਿਆ ਹੈ ਕਿ ਜੋ ਐਟਮਸ ਨੇ ਸਟੇਬਲ ਨੇ। ਹਰ ਚੀਜ਼ ਐਟਮ ਤੋਂ ਬਣੀ ਹੋਈ ਹੈ। ਕਿ ਐਟਮਸ ਕੋਲੈਪਸ ਹੋ ਰਹੇ ਹੈ, ਕਿ ਐਟਮਸ ਬਰਸਟ ਹੋ ਰਹੇ ਹੈ, ਐਟਮਸ ਤਾਂ ਬਰਸਟ ਨਹੀਂ ਹੋ ਰਹੇ। ਹਰ ਮੈਟਰ, ਜੋ ਮੈਟਰ ਹੈ ਕਿਸ ਤੋਂ ਬਣਿਆ ਹੋਇਆ ਹੈ, ਐਟਮਸ ਤੋਂ। ਤਾਂ ਆਪਾਂ ਕੀ ਦੇਖਿਆ ਕਿ ਐਟਮ ਤਾਂ ਸਟੇਬਲ ਹੈ, ਮੈਟਰ ਤਾਂ ਸਟੇਬਲ ਹੈ। ਇਹਦਾ ਮਤਲਬ ਜੋ ਰਦਰਫੋਰਡ ਦੀ ਥਿਓਰੀ ਸੀ, ਪਲੈਨੇਟਰੀ ਮਾਡਲ ਸੀਗਾ, ਇਹ ਮਾਡਲ ਕੀ ਹੈ, ਗਲਤ ਹੈ। ਇਸ ਦੇ ਵਿੱਚ ਕੁਛ ਨਾ ਕੁਛ ਕੀ ਨੇ, ਲਿਮਿਟੇਸ਼ਨਸ ਨੇ। ਅਗਰ ਐਵੇਂ ਹੁੰਦਾ, ਅਗਰ ਰਦਰਫੋਰਡ ਦੇ ਅਕੋਰਡਿੰਗ ਹੁੰਦਾ ਤਾਂ ਐਟਮਸ ਨੇ ਤਾਂ ਕੋਲੈਪਸ ਹੋ ਜਾਣਾ ਸੀ, ਬਟ ਐਕਚੁਅਲ ਦੇ ਵਿੱਚ ਐਟਮ ਕੋਲੈਪਸ ਨਹੀਂ ਹੁੰਦਾ। ਤੇ ਇਲੈਕਟ੍ਰੋਨ ਦਾ ਪਾਥ ਅਕੋਰਡਿੰਗ ਟੂ ਰਦਰਫੋਰਡ, ਅਗਰ ਉਹ ਐਨਰਜੀ ਰੇਡੀਏਟ ਕਰੂਗਾ ਤਾਂ ਇਲੈਕਟ੍ਰੋਨ ਦਾ ਪਾਥ ਕੀ ਹੋ ਜਾਊਗਾ, ਸਪਾਈਰਲ ਪਾਥ ਹੋ ਜਾਊਗਾ। ਇਲੈਕਟ੍ਰੋਨ ਦਾ ਪਾਥ ਕੀ ਹੋਊਗਾ, ਸਪਾਈਰਲ। ਤੇ ਇਲੈਕਟ੍ਰੋਨ ਨੂੰ ਕਿੰਨਾ ਟਾਈਮ ਲੱਗੂਗਾ ਨਿਊਕਲੀਅਸ ਦੇ ਵਿੱਚ ਡਿੱਗਣ ਦੇ ਲਈ, ਅਪਰੋਕਸੀਮੇਟਲੀ 10⁻⁸ ਸੈਕਿੰਡ ਲੱਗਣਗੇ ਕਿ ਇਲੈਕਟ੍ਰੋਨ ਜੋ ਘੁੰਮਦਾ 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 ਕਿਸ 'ਚ ਡਿੱਗ ਪਏ, ਨਿਊਕਲੀਅਸ ਦੇ ਵਿੱਚ ਆ ਕੇ। ਠੀਕ ਹੈ,
ਤਾਂ ਰਦਰਫੋਰਡ ਦੇ ਅਕੋਰਡਿੰਗ ਜੋ ਇਲੈਕਟ੍ਰੋਨ ਸੀਗੇ ਉਹ ਨਿਊਕਲੀਅਸ ਦੇ ਅਰਾਊਂਡ ਰੋਟੇਟ ਕਰਦੇ ਸੀ। ਬਟ ਇਲੈਕਟ੍ਰੋਮੈਗਨੈਟਿਕ ਵੇਵ ਥਿਊਰੀ ਜੋ ਮੈਕਸਵੈਲ ਨੇ ਦਿੱਤੀ, ਉਸਨੇ ਕੀ ਕਿਹਾ, ਜਦੋਂ ਵੀ ਕੋਈ ਰਿਵੋਲਵਿੰਗ ਪਾਰਟੀਕਲ ਰੋਟੇਟ ਕਰੂਗਾ, ਜਦੋਂ ਵੀ ਕੋਈ ਚਾਰਜ ਪਾਰਟੀਕਲ ਰੋਟੇਟ ਕਰਦਾ ਤਾਂ ਉਹ ਕੀ ਇਮਿਟ ਕਰਦਾ, ਰੇਡੀਏਸ਼ਨਸ। ਚਾਰਜ ਪਾਰਟੀਕਲ ਕੀ ਇਮਿਟ ਕਰਦੇ ਹੈ, ਰੇਡੀਏਸ਼ਨਸ। ਅਗਰ ਉਹ एनर्जी लूज़ ਕਰੂਗਾ, एनर्जी लूज़ ਕਰਦੇ 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 ਉਸ ਦਾ ਪਾਥ ਕੀ ਹੋ ਜਾਊਗਾ, ਸਪਾਈਰਲ। ਅਲਟੀਮੇਟਲੀ ਆਪਣੀ ਸਾਰੀ એનર્ਜੀ ਲੂਜ਼ ਕਰ ਦਿਓ ਇੱਕ ਟਾਈਮ ਤੇ ਕਿਸ ਦੇ ਵਿੱਚ ਡਿੱਗ ਪਊਗਾ, ਨਿਊਕਲੀਅਸ ਦੇ ਵਿੱਚ। ਬਟ ਐਕਚੁਅਲ 'ਚ ਐਟਮ ਸਟੇਬਲ ਨੇ, ਇਹ ਇਸ ਦੀ ਕੀ ਹੈ, ਲਿਮਿਟੇਸ਼ਨ ਹੈ। ਇਸ ਥਿਓਰੀ ਨੂੰ ਕਰੈਕਟ ਕਿਸ ਨੇ ਕੀਤਾ, ਬੋਹਰ ਨੇ। ਇਹ ਤੁਹਾਨੂੰ ਪਿਕਚਰ ਦਿਖ ਰਹੀ ਹੈ ਕਿ ਐਕਚੁਅਲ ਦੇ ਵਿੱਚ ਐਟਮ ਕੀ ਹੋ ਜਾਊਗਾ, ਕੋਲੈਪਸ। ਬਟ ਤੁਹਾਨੂੰ ਪਤਾ ਹੈ ਰਿਐਲਿਟੀ ਦੇ ਵਿੱਚ ਐਟਮ ਕੋਲੈਪਸ ਨਹੀਂ ਹੁੰਦਾ, ਉਹ ਹਾਈਪੋਥੈਟੀਕਲ ਥਿਓਰੀ ਸੀ ਜੋ ਕਿਸਨੇ ਦਿੱਤੀ, ਰਦਰਫੋਰਡ ਨੇ। ਇਹ ਰਦਰਫੋਰਡ ਦੀ ਲਿਮਿਟੇਸ਼ਨ ਹੈ। ਹੋਰ ਰਦਰਫੋਰਡ ਨੇ ਆਪਾਂ ਨੂੰ ਕੀ ਨਹੀਂ ਦੱਸਿਆ, ਰਦਰਫੋਰਡ ਨੇ ਆਪਾਂ ਨੂੰ ਐਕਚੁਅਲ ਪੋਜੀਸ਼ਨ ਨਹੀਂ ਦੱਸੀ ਕਿ ਇਲੈਕਟ੍ਰੋਨ ਕਿੱਥੇ ਪਾਇਆ ਜਾਂਦਾ ਹੈ। ਆਪਾਂ ਜਿਵੇਂ ਜਿਵੇਂ ਅੱਗੇ ਚੈਪਟਰ ਪੜ੍ਹਾਂਗੇ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਜੋ ਇਲੈਕਟ੍ਰੋਨ ਹੈ ਉਹ ਔਰਬਿਟਲ ਦੇ ਅੰਦਰ ਪਾਇਆ ਜਾਂਦਾ ਹੈ। ਆਪਾਂ ਔਰਬਿਟਲ ਦਾ ਕਨਸੈਪਟ ਪੜ੍ਹਨਾ ਹੈ, ਪਰ ਰਦਰਫੋਰਡ ਨੇ ਕੋਈ ਔਰਬਿਟਲ ਦਾ ਕਨਸੈਪਟ ਨਹੀਂ ਦਿੱਤਾ। ਨੈਕਸਟ ਆਪਣੇ ਕੋਲੇ ਬੋਹਰ ਮੋਡਲ ਆਫ ਐਟਮ। ਇਸ ਤੋਂ ਬਾਅਦ ਬੋਹਰ ਨੇ ਆਪਣਾ ਮੋਡਲ ਲਿੱਤਾ ਤੇ ਬੋਹਰ ਨੇ ਆਪਣੇ ਮੋਡਲ ਦੇ ਵਿੱਚ ਕੀ ਕਿਹਾ, ਬੋਹਰ ਨੇ ਕਿਹਾ ਜੋ ਇਲੈਕਟ੍ਰੋਨਸ ਨੇ ਉਹ ਰਿਵੋਲਵ ਕਰ ਰਹੇ ਆ ਅਰਾਊਂਡ ਦਾ ਨਿਊਕਲੀਅਸ। ਸੇਮ ਗੱਲ ਜਿਵੇਂ ਰਦਰਫੋਰਡ ਕਹਿ ਰਹੇ ਸੀ, ਜੋ ਇਲੈਕਟ੍ਰੋਨਸ ਨੇ ਉਹ ਰਿਵੋਲਵ ਕਰ ਰਹੇ ਅਰਾਊਂਡ ਦਾ ਨਿਊਕਲੀਅਸ। ਨਿਊਕਲੀਅਸ ਕੀ ਹੈ, ਇੱਕ ਹੈਵਲੀ ਚਾਰਜਡ, ਹੈਵਲੀ ਪੋਜ਼ਿਟਿਵ ਚਾਰਜ ਬੋਡੀ ਹੈ ਜਿਸ ਦੇ ਅਰਾਊਂਡ ਇਲੈਕਟ੍ਰੋਨਸ ਰੋਟੇਟ ਕਰ ਰਹੇ ਹੈ ਇਨ ਸਰਕੂਲਰ ਔਰਬਿਟ ਦੇ ਵਿੱਚ। ਠੀਕ ਹੈ, ਜੋ ਇਲੈਕਟ੍ਰੋਨਸ ਨੇ ਰੋਟੇਟ ਕਰ ਰਹੇ ਹੈ ਅਰਾਊਂਡ ਪੋਜ਼ਿਟਿਵ ਹੈਵਲੀ ਚਾਰਜ ਬੋਡੀ ਇਨ ਸਰਕੂਲਰ ਔਰਬਿਟ। ਉਸ ਤੋਂ ਬਾਅਦ ਇਹ ਕੀ ਕਹਿੰਦਾ, ਕਹਿੰਦੇ ਜਿਹੜੇ ਇਲੈਕਟ੍ਰੋਨਸ ਨੇ ਜਦੋਂ ਇਹਨਾਂ ਔਰਬਿਟ ਦੇ ਵਿੱਚ ਰਿਵੋਲਵ ਕਰਦੇ ਹੈ, ਜਦੋਂ ਇਲੈਕਟ੍ਰੋਨਸ ਔਰਬਿਟਸ ਦੇ ਅੰਦਰ ਰਿਵੋਲਵ ਕਰਦੇ ਹੈ, ਔਰਬਿਟਸ ਦੇ ਵਿੱਚ ਕੀ ਕਰਦੇ ਹੈ, ਰਿਵੋਲਵ ਕਰਦੇ ਹੈ, ਤਾਂ ਉਹਨਾਂ ਦੀ એનર્ਜੀ ਕੀ ਹੈ, ਫਿਕਸ ਹੈ। ਜਿਹੜੀ ਔਰਬਿਟਸ ਨੇ ਉਹਨਾਂ ਦੀ એનર્ਜੀ ਕੀ ਹੈ, ਫਿਕਸ ਹੈ। ਉਹਨਾਂ એનર્ਜੀ ਨੂੰ ਕੀ ਬੋਲਦੇ ਆ, ਜੋ ਔਰਬਿਟਸ ਦੀ ਉਹਨਾਂ એનર્ਜੀ ਨੂੰ ਕੀ ਬੋਲਦੇ ਆ, એનર્ਜੀ ਲੈਵਲਸ। ਹਰ ਔਰਬਿਟ ਦੀ એનર્ਜੀ ਫਿਕਸ ਹੈ। ਕਹਿੰਦੇ ਉਸ ਪਾਰਟੀਕੂਲਰ ਔਰਬਿਟ ਦੇ ਵਿੱਚ, ਉਸ ਪਾਰਟੀਕੂਲਰ એનર્ਜੀ ਲੈਵਲ ਦੇ ਵਿੱਚ ਜੋ ਇਲੈਕਟ੍ਰੋਨ ਰੋਟੇਟ ਕਰੂਗਾ ਤਾਂ ਇਲੈਕਟ੍ਰੋਨ એનર્ਜੀ ਰੇਡੀਏਟ ਨਹੀਂ ਕਰਦਾ। ਉਸ ਪਾਰਟੀਕੂਲਰ ਔਰਬਿਟ ਦੇ ਵਿੱਚ ਨਾ ਤਾਂ ਇਲੈਕਟ੍ਰੋਨ એનર્ਜੀ ਲੂਜ਼ ਕਰਦਾ ਹੈ, ਨਾ ਹੀ એનર્ਜੀ ਗੇਨ ਕਰਦਾ ਹੈ। ਤਾਂ ਇਲੈਕਟ੍ਰੋਨ ਦੀ એનર્ਜੀ ਇੱਕ ਪਾਰਟੀਕੂਲਰ ਔਰਬਿਟ ਦੇ ਵਿੱਚ ਕੌਨਸਟੈਂਟ ਹੈ, ਚਾਹੇ ਫਸਟ ਔਰਬਿਟ ਹੈ, ਚਾਹੇ ਸੈਕਿੰਡ ਔਰਬਿਟ ਹੈ, ਚਾਹੇ ਥਰਡ ਔਰਬਿਟ ਹੈ। ਜੋ ਇਲੈਕਟ੍ਰੋਨ ਦੀ એનર્ਜੀ ਹੈ ਉਹ ਕਿਸੇ ਵੀ ਪਾਰਟੀਕੂਲਰ ਔਰਬਿਟ ਦੇ ਵਿੱਚ ਕੀ ਹੈ, ਇਲੈਕਟ੍ਰੋਨ ਦੀ એનર્ਜੀ ਕਿਸੇ ਵੀ ਪਾਰਟੀਕੂਲਰ ਔਰਬਿਟ ਦੇ ਵਿੱਚ ਕੌਨਸਟੈਂਟ ਹੈ। ਠੀਕ ਹੈ, એનર્ਜੀ ਆਫ ਇਲੈਕਟ੍ਰੋਨ ਇਨ ਪਾਰਟੀਕੂਲਰ ਸ਼ੈਲ ਆਲਵੇਸ ਰਿਮੇਨ ਕੌਨਸਟੈਂਟ। ਕਿ ਜਦੋਂ ਤੱਕ ਇਲੈਕਟ੍ਰੋਨ ਉਸ ਔਰਬਿਟ ਦੇ ਵਿੱਚ ਰਹੂਗਾ, ਜਦੋਂ ਤੱਕ ਇਲੈਕਟ੍ਰੋਨ ਉਸ ਸ਼ੈਲ ਦੇ ਵਿੱਚ ਰਹੂਗਾ, ਉਦੋਂ ਤੱਕ ਉਹ એનર્ਜੀ ਨਾ ਤਾਂ ਲੂਜ਼ ਕਰੂਗਾ, ਨਾ ਹੀ એનર્ਜੀ ਕੀ ਕਰੂਗਾ, ਗੇਨ ਕਰੂਗਾ, ਕਿਉਂਕਿ ਉਹਨਾਂ ਔਰਬਿਟਸ ਦੀ ਜਾਂ ਉਹਨਾਂ ਸ਼ੈਲਸ ਦੀ એનર્ਜੀ ਕੀ ਹੈ, ਫਿਕਸ ਹੈ। ਅਗਰ n ਦੀ ਵੈਲਿਊ 1 ਹੈ ਤਾਂ ਸ਼ੈਲ ਕੀ ਹੈ, k ਸ਼ੈਲ। ਅਗਰ n 2 ਹੈ ਤਾਂ ਸ਼ੈਲ ਕੀ ਹੈ, l। ਫਿਰ ਅਗਰ n 3 ਹੈ ਤਾਂ ਸ਼ੈਲ ਕੀ ਆਪਣੇ ਕੋਲੇ m। ਅਗਰ n 4 ਹੈ ਤਾਂ ਸ਼ੈਲ ਕੀ ਆਪਣੇ ਕੋਲੇ n। ਤਾਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਸ਼ੈਲ ਨੇ k l m n o p, ਐਵੇਂ ਚੱਲਦਾ ਜਾਊਗਾ। ਠੀਕ ਹੈ, ਫਸਟ ਸ਼ੈਲ ਦਾ ਨਾਮ ਦਿੱਤਾ ਆਪਾਂ k, ਸੈਕਿੰਡ ਸ਼ੈਲ ਨੂੰ ਨਾਮ ਦਿੱਤਾ ਆਪਾਂ l, ਥਰਡ ਸ਼ੈਲ ਨੂੰ ਨਾਮ ਦਿੱਤਾ ਆਪਾਂ m, ਫੋਰਥ ਨੂੰ n, ਫਿਫਥ ਨੂੰ o, ਸਿਕਸਥ ਨੂੰ p, ਐਵੇਂ ਚੱਲਦਾ ਜਾਊਗਾ। ਠੀਕ ਹੈ, ਹੁਣ ਆਪਾਂ ਇਹ ਦੇਖਣਾ ਹੈ ਕਿ ਜੋ ਸ਼ੈਲ ਹੈ, ਜੋ ਔਰਬਿਟ ਹੈ, ਇਸ ਔਰਬਿਟ ਦੀ એનર્ਜੀ ਕਿੰਨੀ ਹੈ। ਇਸ ਔਰਬਿਟ ਦੀ એનર્ਜੀ ਨੂੰ ਆਪਾਂ ਨੂੰ ਬੋਹਰ ਨੇ ਕੈਲਕੂਲੇਟ ਕਰਕੇ ਦਿੱਤਾ ਕਿ ਜੋ ਸਟੇਸ਼ਨਰੀ ਸਟੇਟ ਹੈ ਉਸ ਦੀ એનર્ਜੀ ਕਿੰਨੀ ਹੈ। ਉਸ ਦੀ એનર્ਜੀ ਨੂੰ ਆਪਾਂ ਨੂੰ ਬੋਹਰ ਨੇ ਕੈਲਕੂਲੇਟ ਕਰਕੇ ਦਿੱਤਾ। ਉਹ એનર્ਜੀ ਕਿੰਨੀ ਸੀਗੀ, એનર્ਜੀ ਆਫ nth। ਔਰ n ਦੀ ਵੈਲਿਊ ਮੈਂ ਜਨਰਲ ਐਕਸਪ੍ਰੈਸ਼ਨ ਡਰਾਈਵ ਕਰ ਰਿਹਾ, ਜਨਰਲ ਐਕਸਪ੍ਰੈਸ਼ਨ ਤੁਹਾਨੂੰ ਦੱਸ ਰਿਹਾ ਕਿ ਜੋ ਬੋਹਰ ਨੇ ਆਪਾਂ ਨੂੰ ਰਿਲੇਸ਼ਨ ਦਿੱਤਾ, ਇੱਥੇ n ਦੀ ਵੈਲਿਊ ਪੁੱਟ ਕਰੋ, ਤੁਹਾਡੇ ਕੋਲ ਫਸਟ ਔਰਬਿਟ, ਸੈਕਿੰਡ ਔਰਬਿਟ, ਥਰਡ ਔਰਬਿਟ ਦੀ ਵੈਲਿਊ ਆ ਜਾਊਗੀ। ਸਿੰਪਲੀ ਤੁਸੀਂ ਕੀ ਪੁੱਟ ਕਰਨਾ ਹੈ, n ਦੀ ਵੈਲਿਊ ਪੁੱਟ ਕਰਨੀ ਹੈ। ਅਗਰ ਫਸਟ ਪੁੱਟ ਕਰ ਦੋਗੇ ਤਾਂ ਫਸਟ ਔਰਬਿਟ ਦੀ ਆ ਜਾਊਗੀ। ਤਾਂ ਬੋਹਰ ਨੇ ਜੋ એનર્ਜੀ ਦਾ ਰਿਲੇਸ਼ਨ ਦਿੱਤਾ ਆਫ ਡਿਫਰੈਂਟ ਸਟੇਸ਼ਨਰੀ ਸਟੇਟ, ਉਹ ਕਿੰਨਾ ਸੀ, -2π² me⁴ ਓਵਰ n² h²। ਇਹ ਰਿਲੇਸ਼ਨ ਤੁਸੀਂ ਯਾਦ ਕਰਨਾ ਹੈ। ਇਹ ਕਿਸੇ ਵੀ
ਸਟੇਸ਼ਨਰੀ ਔਰਬਿਟ ਦੀ એનર્ਜੀ ਹੈ। n ਦੀ ਵੈਲਿਊ ਪੁੱਟ ਕਰ ਦੋਗੇ ਤੁਹਾਡੇ ਕੋਲੇ ਪਾਰਟੀਕੂਲਰ એનર્ਜੀ ਲੈਵਲ ਦੀ એનર્ਜੀ ਆ ਜੂਗੀ। m ਕੀ ਚੀਜ਼ ਹੈ? ਮਾਸ ਆਫ ਇਲੈਕਟ੍ਰੋਨ। ਮਾਸ ਆਫ ਇਲੈਕਟ੍ਰੋਨ ਨੂੰ ਲਾਸਟ ਲੈਕਚਰ ਦੱਸ ਚੁੱਕੇ ਹਾਂ, ਇਲੈਕਟ੍ਰੋਨ ਦਾ ਮਾਸ ਕਿੰਨਾ ਹੁੰਦਾ ਹੈ। E ਕੀ ਹੈ? ਚਾਰਜ ਔਨ ਇਲੈਕਟ੍ਰੋਨ। ਚਾਰਜ ਆਫ ਇਲੈਕਟ੍ਰੋਨ ਵੀ ਤੁਹਾਨੂੰ ਪਤਾ ਹੈ। H ਕੀ ਹੈ? ਪਲੈਂਕਸ ਕੌਂਸਟੈਂਟ। H ਕੀ ਚੀਜ਼ ਹੈ ਆਪਣੇ ਕੋਲੇ? ਪਲੈਂਕਸ ਕੌਂਸਟੈਂਟ। ਪਲੈਂਕਸ ਕੌਂਸਟੈਂਟ ਦੀ ਵੈਲਿਊ ਕਿੰਨੀ ਹੁੰਦੀ ਹੈ ਆਪਣੇ ਕੋਲੇ? ਪਲੈਂਕਸ ਕੌਂਸਟੈਂਟ ਦੀ ਵੈਲਿਊ ਹੁੰਦੀ ਹੈ 6.63 ਇੰਟੂ 10⁻34 ਜਾਊਲ ਸੈਕਿੰਡ। ਇਹ ਆਪਣੇ ਕੋਲੇ ਵੈਲਿਊ ਹੈ ਪਲੈਂਕਸ ਕੌਂਸਟੈਂਟ ਦੀ। H ਦੀ ਵੈਲਿਊ ਪੁੱਟ ਕਰ ਦਿਓ, ਇਲੈਕਟ੍ਰੋਨ ਦਾ ਮਾਸ ਪੁੱਟ ਕਰ ਦਿਓ, ਪਾਈ ਦੀ ਵੈਲਿਊ ਤੁਹਾਨੂੰ ਪਤਾ 3.14 ਅਤੇ ਇਲੈਕਟ੍ਰੋਨ ਦੀ ਚਾਰਜ ਪੁੱਟ ਕਰ ਦਿਓ, ਇਲੈਕਟ੍ਰੋਨ ਦਾ ਚਾਰਜ ਪੁੱਟ ਕਰ ਦਿਓ ਤਾਂ ਆਪਣੇ ਕੋਲ ਕੀ ਆ ਜੂਗੀ? એનર્ਜੀ ਆ ਜੂਗੀ nth ਔਰਬਿਟ ਦੀ। ਆਪਣੇ ਕੋਲ એનર્ਜੀ ਆ ਜੂਗੀ ਇਸ ਦੀ nth ਔਰਬਿਟ ਦੀ। nth ਔਰਬਿਟ ਦੀ એનર્ਜੀ ਆਪਣੇ ਕੋਲ ਕਿੰਨੀ ਆਈ ਕੈਲਕੂਲੇਟ ਕੀਤੀ ਅਗਰ ਆਪਾਂ? nth ਔਰਬਿਟ ਦੀ એનર્ਜੀ ਇਨ ਦਾ ਟਰਮਸ ਆਫ ਜਾਊਲ, ਜਾਊਲ ਦੇ ਟਰਮ ਦੇ ਵਿੱਚ ਜੋ એનર્ਜੀ ਆਪਣੇ ਕੋਲ ਆਈ ਉਹ ਆਈ ਸੀ -2.18 ਇੰਟੂ 10⁻⁻18 ਜਾਊਲ ਪਰ ਐਟਮ ਓਵਰ n²। ਇਹ ਆਪਣੇ ਕੋਲ એનર્ਜੀ ਆਈ ਇਨ ਦਾ ਟਰਮਸ ਆਫ ਜਾਊਲ ਪਰ ਐਟਮ ਦੇ ਵਿੱਚ। ਠੀਕ ਹੈ, ਉਹਦੇ n ਦੀ ਵੈਲਿਊ ਪੁੱਟ ਕਰ ਦਿਓ। ਅਗਰ ਫਸਟ ਔਰਬਿਟ ਹੈ n ਦੀ ਵੈਲਿਊ ਪੁੱਟ ਕਰ ਦਿਓ 1, ਅਗਰ ਸੈਕਿੰਡ ਔਰਬਿਟ ਹੈ n ਦੀ ਵੈਲਿਊ ਪੁੱਟ ਕਰ ਦਿਓ 2, ਅਗਰ ਥਰਡ ਔਰਬਿਟ ਹੈ n ਦੀ ਵੈਲਿਊ ਪੁੱਟ ਕਰ ਦਿਓ 3। ਤਾਂ ਤੁਹਾਡੇ ਕੋਲ ਹਰ એનર્ਜੀ ਲੈਵਲ ਦੀ ਕੀ ਆ ਜੂਗੀ? એનર્ਜੀ ਆ ਜੂਗੀ। ਇਹ એનર્ਜੀ ਮੈਂ ਲਿਖੀ ਹੈ ਇਨ ਦਾ ਟਰਮਸ ਆਫ ਜਾਊਲ ਪਰ ਐਟਮ। ਹੁਣ ਅਗਰ ਆਪਾਂ એનર્ਜੀ ਲਿਖਣੀ ਹੋਵੇ ਇਨ ਦਾ ਟਰਮਸ ਆਫ ਇਲੈਕਟ੍ਰੋਵੋਲਟ ਪਰ ਐਟਮ, ਉਹ ਕਿੰਨੀ ਹੋਊਗੀ? -13.6 ਇਲੈਕਟ੍ਰੋਵੋਲਟ ਪਰ ਐਟਮ ਓਵਰ n²। ਇੱਕ ਇਲੈਕਟ੍ਰੋਵੋਲਟ ਕਿਸ ਦੇ ਇਕੁਅਲ ਹੁੰਦਾ ਹੈ? 1.602 ਇੰਟੂ 10⁻⁻19 ਕੂਲਮ। ਸਿੰਪਲ ਮੈਂ ਕੁਆਂਟੀਟੇਟਿਵ ਰਿਲੇਸ਼ਨ ਡਰਾਈਵ ਕੀਤਾ ਹੈ ਜਾਊਲ ਤੇ ਇਲੈਕਟ੍ਰੋਵੋਲਟ। ਜਾਊਲ ਨੂੰ ਚੇਂਜ ਕਰਤਾ ਇਲੈਕਟ੍ਰੋਵੋਲਟ ਦੇ ਵਿੱਚ, ਜਾਊਲ ਨੂੰ ਚੇਂਜ ਕਰਤਾ ਇਲੈਕਟ੍ਰੋਵੋਲਟ ਦੇ ਵਿੱਚ। ਇੱਕ ਇਲੈਕਟ੍ਰੋਵੋਲਟ ਕਿਸ ਦੇ ਇਕੁਅਲ ਹੁੰਦਾ ਹੈ? 1.602 ਇੰਟੂ 10⁻⁻19 ਜਾਊਲਸ ਦੇ ਇਕੁਅਲ ਹੁੰਦਾ ਹੈ। ਗਲਤੀ ਨਾਲ ਸੀ ਲਿਖ ਗਿਆ ਸੀ ਕੂਲਮ, ਬਟ ਐਕਚੁਅਲ 'ਚ ਕੀ ਹੁੰਦਾ? ਜਾਊਲ ਦੇ ਇਕੁਅਲ ਹੁੰਦਾ ਹੈ। ਠੀਕ ਹੈ, ਇਹ ਆਪਣੇ ਕੋਲੇ એનર્ਜੀ ਆ ਗਈ ਇਲੈਕਟ੍ਰੋਵੋਲਟ ਪਰ ਐਟਮ ਦੇ ਵਿੱਚ। ਅਗਰ ਤੁਸੀਂ ਸਕਰੀਨਸ਼ਾਟ ਮਾਰਨਾ ਤਾਂ ਮਾਰ ਸਕਦੇ ਹੋ। એનર્ਜੀ ਆਪਾਂ ਜਾਊਲ ਪਰ ਐਟਮ 'ਚ ਲਿਖ ਲਈ, એનર્ਜੀ ਆਪਾਂ ਇਲੈਕਟ੍ਰੋਵੋਲਟ ਪਰ ਐਟਮ ਦੀ ਟਰਮ ਦੇ ਵਿੱਚ ਵੀ ਲਿਖ ਲਈ। ਹੁਣ ਆਪਾਂ એનર્ਜੀ ਲਿਖਾਂਗੇ ਇਨ ਦਾ ਟਰਮਸ ਆਫ ਕਿਲੋ ਜਾਊਲ ਪਰ ਮੋਲ। ਕਿਲੋ ਜਾਊਲ ਪਰ ਮੋਲ ਦੇ ਵਿੱਚ એનર્ਜੀ ਕਿੰਨੀ ਹੁੰਦੀ ਹੈ? -1312 ਓਵਰ n² ਕਿਲੋ ਜਾਊਲ ਪਰ ਮੋਲ। ਠੀਕ ਹੈ, ਜਾਊਲ ਪਰ ਐਟਮ 'ਚ ਕਿੰਨੀ ਹੁੰਦੀ ਤੁਹਾਨੂੰ ਦੱਸ ਚੁੱਕਿਆ ਮੈਂ, -2.18 ਇੰਟੂ 10⁻⁻18 ਜਾਊਲ ਪਰ ਐਟਮ ਓਵਰ n²। ਇਲੈਕਟ੍ਰੋਵੋਲਟ ਦੇ ਵਿੱਚ -13.6 ਓਵਰ n² ਇਲੈਕਟ੍ਰੋਵੋਲਟ ਪਰ ਐਟਮ। ਇਹ ਆਪਣੇ ਕੋਲੇ એનર્ਜੀ ਹੈ, ਇਹ ਆਪਣੇ ਕੋਲੇ એનર્ਜੀ ਹੈ। ਤਿੰਨੋਂ ਸ਼ੈਲ ਦੀ એનર્ਜੀ ਆਪਣੇ ਕੋਲੇ ਆ ਗਈ। ਠੀਕ ਹੈ, ਆਪਾਂ એનર્ਜੀ ਕੱਢ ਲਈ ਤਿੰਨ ਤਰੀਕੇ ਦੇ ਨਾਲ, ਇੱਕ ਜਾਊਲ ਪਰ ਐਟਮ ਦੇ ਵਿੱਚ, ਇੱਕ ਇਲੈਕਟ੍ਰੋਵੋਲਟ ਪਰ ਐਟਮ ਦੇ ਵਿੱਚ ਅਤੇ ਇੱਕ ਕਿਲੋ ਜਾਊਲ ਪਰ ਮੋਲ ਦੇ ਵਿੱਚ। ਅਗਰ ਮੈਂ ਤੁਹਾਨੂੰ ਪੁੱਛਾਂ ਥਰਡ ਔਰਬਿਟ ਦੀ એનર્ਜੀ ਕਿੰਨੀ ਹੈ, ਅਗਰ ਮੈਂ ਤੁਹਾਨੂੰ ਪੁੱਛਾਂ ਥਰਡ ਔਰਬਿਟ ਦੀ એનર્ਜੀ ਕਿੰਨੀ ਹੈ, ਠੀਕ ਹੈ, ਅਗਰ ਮੈਂ ਤੁਹਾਨੂੰ ਪੁੱਛਾਂ ਕਿ ਆਨਸਰ ਮੈਨੂੰ ਇਲੈਕਟ੍ਰੋਵੋਲਟ ਪਰ ਐਟਮ ਦੇ ਵਿੱਚ ਦਿਓ, ਆਨਸਰ ਕਿਸ ਦੇ ਵਿੱਚ ਦੇਣਾ? ਇਲੈਕਟ੍ਰੋਵੋਲਟ ਪਰ ਐਟਮ ਦੇ ਵਿੱਚ ਦੇਣਾ। ਤਾਂ n ਦੀ ਵੈਲਿਊ ਕੀ ਪੁੱਟ ਕਰ ਦਿਓ? 3 ਪੁੱਟ ਕਰ ਦਿਓ, n ਦਾ ਸਕੇਅਰ ਸੀ। ਇਹ ਆਪਣੇ ਕੋਲੇ એનર્ਜੀ ਆ ਜਾਊਗੀ ਥਰਡ ਔਰਬਿਟ ਦੀ। ਐਵੇਂ ਤੁਸੀਂ એનર્ਜੀ ਕੈਲਕੂਲੇਟ ਕਰ ਸਕਦੇ ਹੋ, ਸਾਰੀ ਔਰਬਿਟਸ ਦੀ એનર્ਜੀ ਤੁਸੀਂ ਕੀ ਕਰ ਸਕਦੇ ਹੋ? ਕੈਲਕੂਲੇਟ ਕਰ ਸਕਦੇ ਹੋ। ਇੱਕ ਗੱਲ ਤੁਸੀਂ ਹੋਰ ਯਾਦ ਰੱਖਣੀ ਹੈ, ਜਿਵੇਂ ਜਿਵੇਂ ਵੈਲਿਊਜ਼ ਪੁੱਟ ਕਰਦੇ ਜਾਓਗੇ ਤੁਹਾਡੇ ਕੋਲ એનર્ਜੀ ਦੀ ਵੈਲਿਊ ਆਉਂਦੀ ਜਾਊਗੀ। ਜੋ એનર્ਜੀ ਦੀ ਵੈਲਿਊ ਆਊਗੀ ਤਾਂ ਤੁਸੀਂ ਦੇਖੋਗੇ ਜੋ ਫਸਟ ਔਰਬਿਟ ਹੈ ਉਸ ਦੀ એનર્ਜੀ ਸਭ ਤੋਂ ਘੱਟ ਆਊਗੀ, ਜੋ ਫਸਟ ਔਰਬਿਟ ਹੈ ਉਸ ਦੀ એનર્ਜੀ ਆਪਣੇ ਕੋਲ ਕੀ ਆਊਗੀ? ਸਭ ਤੋਂ ਘੱਟ। ਜਿਵੇਂ ਜਿਵੇਂ ਆਪਾਂ ਅੱਗੇ ਜਾਂਦੇ ਜਾਵਾਂਗੇ એનર્ਜੀ ਕੀ ਹੁੰਦੀ ਜਾਊਗੀ? ਇਨਕਰੀਜ਼। ਜਿਵੇਂ ਜਿਵੇਂ ਆਪਾਂ ਅੱਗੇ ਜਾਂਦੇ ਜਾਵਾਂਗੇ એનર્ਜੀ ਕੀ ਹੁੰਦੀ ਜਾਊਗੀ? ਇਨਕਰੀਜ਼ ਹੁੰਦੀ ਜਾਊਗੀ। ਜਿਹੜਾ ਲੈਵਲ ਨਿਊਕਲੀਅਸ ਦੇ ਕਲੋਜ਼ ਹੈ ਉਸ ਦੀ એનર્ਜੀ, ਜਿਹੜਾ ਲੈਵਲ ਨਿਊਕਲੀਅਸ ਦੇ ਕਲੋਜ਼ ਹੈ ਉਸ ਦੀ એનર્ਜੀ ਘੱਟ ਹੈ। ਜਿਵੇਂ ਜਿਵੇਂ ਨਿਊਕਲੀਅਸ ਤੋਂ ਦੂਰ ਹੋਈ ਜਾਂਦੇ ਆ એનર્ਜੀ ਵੱਧਦੀ ਜਾ ਰਹੀ ਹੈ।
मतलब के शैल की एनर्जी घट है एल शैल नालों, एल शैल की एनर्जी घट है एम नालों, एम की एनर्जी घट है एन शैल नालों। हुण पहला तो बोहर ने आपां नूं एनर्जी दसी, फिर बोहर ने आपां नूं किसी भी ऑरबिट का जो स्टेशनरी ऑरबिट सी जिस ऑरबिट दे विच इलैक्ट्रॉन एनर्जी लूज नहीं करता उसका रेडियस दसिया। उसने रेडियस की वैल्यू की दी nth ऑरबिट के लिए ए नोट इंटू एन स्केयर जेड, ए नोट इंटू एन स्केयर जेड। ए नोट की है बोहर रेडियस, ए नोट की चीज़ है अपने को बोहर रेडियस। बोहर रेडियस की वैल्यू कितनी होंगी है 0.529 एंगस्ट्रॉम। ठीक है, ये अपने को बोहर रेडियस की वैल्यू है। अगर आप इसनूं कन्वर्ट करिए 1 एमस्ट्रॉन्ग इज इक्वल टू 10⁻⁻10 मीटर, तो अपने को आंसर किस दे विच आ जाऊगा, मीटर दे विच की आ जाऊगा, अपने को आंसर आ जाऊगा। ठीक है, पीकोमीटर कन्वर्ट कर लो, तुहानूं कन्वर्शन सिखाई हुई हैं फर्स्ट चैप्टर दे विच। तो अपने उन्होंने ए नोट पता है बोहर रेडियस है, एन की आपां पता है शैल नंबर है 1 2 3 4, जैड की है जैड भी तुहानूं पता है, जैड की अपने को जैड अपने को की है एटोमिक नंबर, जैड की अपने को एटोमिक नंबर। हुण तुसीं इस दे विच एक चीज़ याद रखनी है, जो बोहर ने मॉडल दिता है, तुसीं एक चीज़ याद रखनी है, जो तुहानूं बोहर ने मॉडल दिता है, बोहर का मॉडल सिर्फ एक इलैक्ट्रॉन के लिए वैलिड है। एक इलैक्ट्रॉन किस कोल हुंदा है, हाइड्रोजन एटम के कोल। मतलब बोहर का मॉडल किस लिए वैलिड है, हाइड्रोजन एटम के लिए, या किस लिए वैलिड है, हीलियम पॉजिटिव के लिए, या किस लिए वैलिड है, लिथियम 2 पॉजिटिव के लिए। जो हाइड्रोजन का जो बोहर मॉडल है वो याद रखियो, ये सिंगल इलैक्ट्रॉन के लिए है। बोहर ने पॉली इलैक्ट्रॉन के लिए कोई भी मॉडल नहीं दिता, बोहर ने पॉली इलैक्ट्रॉन के लिए कोई भी मॉडल नहीं दिता। जो ये मॉडल है सिर्फ सिंगल इलैक्ट्रॉन के लिए है, लाइक हाइड्रोजन लाइक एटम्स, जिवें हीलियम पॉजिटिव, लिथियम 2 पॉजिटिव। अगर हीलियम है तो जैड की वैल्यू पुट करांगे 2, अगर लिथियम है इसका एटोमिक नंबर होंदा 3, अगर हाइड्रोजन है तो जैड की वैल्यू पुट करांगे आपां 1। ये आपां नूं मिल गया इसका रेडियस। उस तो बाद बोहर ने आपां नूं एक पार्टिकुलर ऑरबिट दे विच इलैक्ट्रॉन की वेलोसिटी कितनी है, एक पार्टिकुलर ऑरबिट दे विच इलैक्ट्रॉन की वेलोसिटी कितनी है डिफरेंट ऑरबिटर दे विच, वो किवें कड्ढी। एक पार्टिकुलर ऑरबिट दे विच इलैक्ट्रॉन की वेलोसिटी कितनी है, उस दे वास्ते बोहर ने रिलेशन दिता Vn इज इक्वल टू V नोट इंटू जेड दी पावर n। V नोट की वैल्यू कितनी है 2.18 इंटू 10⁻6 मीटर पर सैकेंड। ये भी याद रखना तुसीं। V नोट की वैल्यू कितनी है, V नोट एक कॉन्सटेंट है जिसकी वैल्यू कितनी है 2.18 इंटू 10⁻6 मीटर पर सैकेंड। जेड एटोमिक नंबर है, एन तुहानूं पता है एन की है शैल नंबर है। इत्थों तुसीं किसी भी इलैक्ट्रॉन की वेलोसिटी पता कर सकते हो किसी भी ऑरबिट दे विच। ठीक है, ये अपने को सैकेंड पोस्टूलेट सी। इस तो बाद थर्ड पोस्टूलेट की है, थर्ड पोस्टूलेट ये कहता इलैक्ट्रॉन उदों ही एनर्जी लूज या गेन करूगा, इलैक्ट्रॉन उदों ही एनर्जी लूज या गेन करूगा जदों वो एक ऑरबिट तो दूसरी ऑरबिट दे विच जाऊगा, जदों एक ऑरबिट तो दूसरी ऑरबिट दे विच जाऊगा। अगर इलैक्ट्रॉन हाईयर एनर्जी लैवल तो लोअर एनर्जी लैवल ते आ रहा है, अगर इलैक्ट्रॉन हाईयर एनर्जी लैवल तो लोअर एनर्जी लैवल ते आ रहा है तो की करूगा, रेडिएशन एमिट करूगा, तो एनर्जी की करूगा, एमिट करूगा। क्योंकि हाईयर एनर्जी लैवल की एनर्जी ज़्यादा है, लोअर एनर्जी लैवल की एनर्जी की है घट है। जदों भी हाईयर तो लोअर आऊगा तो एनर्जी की करूगा, एमिट करूगा। वो कितनी एनर्जी एमिट करूगा, एच न्यू। वो किस दे इक्वल होगी, डिफरेंस ऑफ एनर्जी लैवल। वो किस दे इक्वल होगी, डिफरेंस ऑफ एनर्जी लैवल। एच न्यू किस दे इक्वल होगा, डेल्टा ई दे। एच की है प्लैंक्स कॉन्स्टेंट, न्यू की है फ्रीकेंसी, न्यू की अपने को फ्रीकेंसी। फ्रीकेंसी की होंदी है जदों कोई वेव मूव करती है तो 1 सैकेंड दे विच कितनी ऑसीलेशनस तो कंप्लीट करती है, उसनों आपां की बोलते हैं फ्रीकेंसी। तो उरे आपां वैल्यू पुट करनी है किसदी, फ्रीकेंसी दी आपां उरे वैल्यू पुट करनी है।
हुण इलैक्ट्रॉन एनर्जी कदों गेन करूगा? अगर इलैक्ट्रॉन ने लोअर एनर्जी लैवल तो हाईयर एनर्जी लैवल ते जाना है, अगर इलैक्ट्रॉन ने लोअर एनर्जी लैवल तो हाईयर एनर्जी लैवल ते जाना है तो इलैक्ट्रॉन नूं एनर्जी गेन करनी पऊगी। अगर इलैक्ट्रॉन ने लोअर एनर्जी लैवल तो हाईयर एनर्जी लैवल ते जाना है तो इलैक्ट्रॉन एनर्जी गेन करूगा। अगर हाईयर तो लोअर ते आऊगा तो एनर्जी की करूगा एमिट। अगर हाईयर टू लोअर आऊगा तो एनर्जी की करूगा इलैक्ट्रॉन एमिट करूगा। ये तुसीं याद रखना है। उस तो बाद बोहर ने जो नैक्सट पोस्टुलेट दिता उसने कहा कि वही ऑर्बिटल्स पॉसीबल ने जिन्हां दा एंगूलर मोमेंटम होल नंबर मल्टीपल है जिन्हां दा इन्हें कहा कि वही ऑर्बिटल पॉसीबल ने जिन्हां दा एंगूलर मोमेंटम होल नंबर मल्टीपल है एच कट का। एच कट की है? एच कट है h/2π। एच तो मैं दसता एच की है प्लैंक कॉन्सटेंट, पाई तो पता है पाई की वैल्यू ने 3.14। तो इसने कहा कि वही ऑर्बिटल्स पॉसीबल ने जिन्हां दा एंगूलर मोमेंटम की है क्वांटाइज्ड होंदा है स्टैप बाय स्टैप। ठीक है, क्वांटाइज वर्ड भी तुहानूं दसदा क्वांटाइज का की मीनिंग है। तो जो एंगूलर मोमेंटम कितना होगा? एंगूलर मोमेंटम होंदा है मूवमेंट ऑफ इनर्शिया। एंगूलर मोमेंटम नूं रिप्रजेंट करते हैं आपां MVR दे नाल। MVR की वैल्यू कित्थों आई? एंगूलर मोमेंटम इक्वल होंदा है, एंगूलर मोमेंटम इज इक्वल टू मूवमेंट ऑफ इनर्शिया इनटू एंगूलर वेलोसिटी। ये तुसीं पढ़िया होगा 10th क्लास दे विच कि एंगूलर वेलोसिटी की होंदी है। मूवमेंट ऑफ इनर्शिया की वैल्यू की होंदी है mr²। एंगूलर वेलोसिटी की वैल्यू की होंदी है ओमेगा। एंगूलर वेलोसिटी की वैल्यू की है ओमेगा। ओमेगा किस दे इक्वल होंदा है? ओमेगा की वैल्यू होंदी है v/r। एंगूलर वेलोसिटी की होंदी है नॉर्मल वेलोसिटी डिवाइडेड बाय रेडियस। आर नाल आर की होगी कैंसल तो अपने को आंसर की आ गया MVR। तो बोहर ने की किया, कहते वही ऑर्बिटल पॉसीबल ने जिन्हां दा एंगूलर मोमेंटम कितना आ गया MVR। वो किस दे इक्वल होवे? होल नंबर मल्टीपल होवे एच कट का। एच कट की है h/2π। एच कट की है अपने को h/2π। ठीक है, मतलब जो क्वांटाइज वर्ड का मतलब होंदा है कि एंगूलर मोमेंटम एक एटम का एंगूलर मोमेंटम ऑफ इलैक्ट्रॉन इन एटम इज वो h/2π भी हो सकता है और 2h/2π भी हो सकता है और 3h/2π भी हो सकता है। जो एंगूलर मोमेंटम है इलैक्ट्रॉन का किसी भी एटम के h/2π भी हो सकता है 2h/2π भी हो सकता है। सिंपली n की वैल्यू पुट कर दी जाओ। देखो तो दोनों के भी डिफरेंस है वो की आ रहा है सेम आ रहा है। अगर डिफरेंस सेम हो तो आपां की बोलते हैं कि वो चीज़ क्वांटाइज्ड है। तो उरे किस चीज़ को कौन सी चीज़ क्वांटाइज्ड है? उरे एंगूलर मोमेंटम क्वांटाइज्ड है। वो एंगूलर मोमेंटम की वैल्यू की आ रही है NH कट आ रही है। तो उरे एंगूलर मोमेंटम की है क्वांटाइज्ड है। हुण देखो नैक्सट बोहर के मॉडल की लिमिटेशन सी है। जो अपना बोहर का मॉडल है उसकी की लिमिटेशन है? बोहर ने आपां नूं ये नहीं दस्सिया कि जो इलैक्ट्रॉन एनर्जी रेडिएट कर रहा है, आपां नूं पता लग गया इलैक्ट्रॉन एनर्जी रेडिएट करूगा जो हाईयर टू लोअर ते आऊगा तो एनर्जी गेन करूगा जो लोअर टू हाईयर ते जाऊगा। तो उसने इसका रीज़न नहीं दस्सिया कि रेडिएशनस किवें हुंदी है, कि एनर्जी किस फॉर्म च निकलूगी। इसने आपां नूं कोई प्रॉपर रीज़न नहीं दिता कि एनर्जी किस फॉर्म च निकल रही है। सैकेंड लिमिटेशन की है? जो इसका मॉडल सी एक इलैक्ट्रॉन लिए वैलिड सीगा, इसका मॉडल पॉली इलैक्ट्रॉन लिए वैलिड नहीं सीगा। अगर एक तो ज़्यादा इलैक्ट्रॉन होन तो बोहर का मॉडल उस चीज़ लिए वैलिड नहीं हैगा सी। जो एक बोहर का मॉडल सी वो 2D मॉडल सी, बोहर ने कोई 3D मॉडल नहीं दिता। बोहर का मॉडल की सी एक सिंपल 2D मॉडल सीगा। बोहर के मॉडल दे विच बोहर ने मॉलीक्यूल्स की शेप बारे नहीं दस्सिया कि हाइड्रोजन मॉलीक्यूल की की शेप है, लिथियम एटम की की शेप है या बरीलियम मॉलीक्यूल की की शेप है। तो इस मॉडल ने आपां नूं किसी भी मॉलीक्यूल की शेप नूं एक्सप्लेन
ਨੈਕਸਟ ਹੁਣ ਦੇਖੋ ਜਦੋਂ ਇਲੈਕਟ੍ਰੋਨ ਕੀ ਕਰਦਾ ਹੈ ਗਰਾਊਂਡ ਸਟੇਟ ਤੋਂ ਆਕਸਾਈਟਡ ਸਟੇਟ ਦੇ ਵਿੱਚ ਆਉਂਦਾ ਹੈ ਤਾਂ ਰੇਡੀਏਸ਼ਨ ਇਮਿਟ ਕਰਦਾ ਹੈ। ਠੀਕ ਹੈ, ਤਾਂ ਕੀ ਇਮਿਟ ਕਰਦਾ ਹੈ ਰੇਡੀਏਸ਼ਨ ਇਮਿਟ ਕਰਦਾ ਹੈ। ਹੁਣ ਅਗਰ ਆਪਾਂ ਇਸ ਦਾ ਸਪੈਕਟਰਮ ਦੇਖੀਏ ਜੋ ਰੇਡੀਏਸ਼ਨ ਜਾ ਰਹੀ ਹੈ, ਅਗਰ ਇਸ ਦਾ ਸਪੈਕਟਰਮ ਸਕਰੀਨ ਦੇ ਉੱਪਰ ਦੇਖਦੇ ਹਾਂ ਤਾਂ ਨੈਕਸਟ ਲੈਕਚਰ ਦੇ ਵਿੱਚ ਸਪੈਕਟਰਮ ਸਮਝਾਊਂਗਾ ਸਪੈਕਟਰਮ ਕੀ ਹੁੰਦਾ ਹੈ। ਅਗਰ ਆਪਾਂ ਰੇਡੀਏਸ਼ਨਸ ਦੇਖੀਏ ਤਾਂ ਰੇਡੀਏਸ਼ਨ ਆਪਣੇ ਕੋਲ ਸਿੰਗਲ ਲਾਈਨਸ ਆ ਰਹੀ ਸੀ ਅਕੋਰਡਿੰਗ ਟੂ ਬੋਹਰ, ਆਪਣੇ ਕੋਲ ਲਾਈਨ ਕੀ ਆ ਰਹੀ ਸਿੰਗਲ ਲਾਈਨ ਆ ਰਹੀ ਸੀ। ਬਟ ਜਦੋਂ ਇਹਨਾਂ ਰੇਡੀਏਸ਼ਨਸ ਨੂੰ ਜਦੋਂ ਆਪਾਂ ਇਹਨਾਂ ਲਾਈਨਸ ਨੂੰ ਐਮਿਸ਼ਨ ਸਪੈਕਟਰਮ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ, ਜਦੋਂ ਇਹਨਾਂ ਲਾਈਨਸ ਨੂੰ ਆਪਾਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਿਆ ਤਾਂ ਆਪਾਂ ਕੀ ਓਬਜ਼ਰਵ ਕੀਤਾ ਕਿ ਇਹ ਵਾਲੀ ਲਾਈਨ ਸਪਲਿਟ ਅਪ ਹੋ ਗਈਆਂ। ਜੋ ਮੈਗਨੈਟਿਕ ਫੀਲਡ ਲਾਈਨ ਸੀਗੀਆਂ ਉਹ ਕੀ ਹੋ ਗਈ ਆਪਣੇ ਕੋਲੇ ਸਪਲਿਟ ਅਪ ਹੋ ਗਈਆਂ, ਲਾਈਨਸ ਟੁੱਟ ਗਈਆਂ। ਤਾਂ ਬੋਹਰ ਨੇ ਇਹ ਦੱਸਿਆ ਨਹੀਂ ਆਪਾਂ ਨੂੰ ਕਿ ਮੈਗਨੈਟਿਕ ਫੀਲਡ ਦੇ ਵਿੱਚ ਸਪੈਕਟਰਲ ਲਾਈਨਸ ਕਿਉਂ ਸਪਲਿਟ ਅਪ ਹੋ ਜਾਂਦੀ ਹੈ, ਕਿ ਜੋ ਆਪਣੇ ਕੋਲ ਲਾਈਨਸ ਮਿਲ ਰਹੀਆਂ ਸਪੈਕਟਰਲ ਲਾਈਨਸ ਉਹ ਕਿਉਂ ਟੁੱਟ ਜਾਂਦੀਆਂ। ਇਸ ਚੀਜ਼ ਨੂੰ ਬੋਹਰ ਨੇ ਐਕਸਪਲੇਨ ਨਹੀਂ ਕੀਤਾ। ਠੀਕ ਹੈ, ਜੋ ਲਾਈਨਸ ਟੁੱਟਦੀਆਂ ਇਨ ਦਾ ਪ੍ਰੈਜੈਂਸ ਆਫ ਮੈਗਨੈਟਿਕ ਫੀਲਡ ਸਪਲਿਟਿੰਗ ਆਫ ਲਾਈਨਸ ਇਨ ਦਾ ਪ੍ਰੈਜੈਂਸ ਆਫ ਮੈਗਨੈਟਿਕ ਫੀਲਡ ਇਜ਼ ਨੋਨ ਐਸ ਜੀਮਨ ਇਫੈਕਟ। ਅਗਰ ਇਲੈਕਟ੍ਰਿਕ ਫੀਲਡ ਦੇ ਵਿੱਚ ਟੁੱਟਣ, ਅਗਰ ਇਲੈਕਟ੍ਰਿਕ ਫੀਲਡ ਟੁੱਟਣ ਤਾਂ ਉਸ ਨੂੰ ਕੀ ਬੋਲਦੇ ਆ ਸਟਾਰਕ ਇਫੈਕਟ। ਤਾਂ ਬੋਹਰ ਨੇ ਨਾ ਤਾਂ ਜੀਮਨ ਇਫੈਕਟ ਐਕਸਪਲੇਨ ਕੀਤਾ ਨਾ ਹੀ ਸਟਾਰਕ ਇਫੈਕਟ ਐਕਸਪਲੇਨ ਕੀਤਾ। ਜੋ ਆਪਣੇ ਕੋਲ ਸਪੈਕਟਰਮ ਆ ਰਿਹਾ ਸੀ ਲਾਈਨ ਦਾ, ਇਹ ਲਾਈਨਸ ਇਨ ਦਾ ਪ੍ਰੈਜੈਂਸ ਆਫ ਮੈਗਨੈਟਿਕ ਫੀਲਡ ਤੇ ਇਨ ਦਾ ਪ੍ਰੈਜੈਂਸ ਆਫ ਇਲੈਕਟ੍ਰਿਕ ਫੀਲਡ ਡਿਸੋਸ਼ੀਏਟ ਹੋ ਜਾਂਦੀ ਹੈ। ਤੁਹਾਨੂੰ ਸਪੈਕਟਰਮ ਸਮਝਾਊਂਗਾ ਉੱਥੇ ਇਹ ਚੀਜ਼ ਜ਼ਿਆਦਾ ਕਲੀਅਰ ਹੋ ਜੂਗੀ ਤੁਹਾਨੂੰ। ਉਸ ਤੋਂ ਬਾਅਦ ਬੋਹਰ ਨੇ ਕੀ ਕਿਹਾ ਸੀ ਕਿ ਔਰਬਿਟਲ ਸਰਕੂਲਰ ਨੇ, ਇਸ ਦਾ ਮਾਡਲ ਕੀ ਸੀਗਾ 2D ਸੀਗਾ, ਬਟ ਐਕਚੁਅਲ ਦੇ ਵਿੱਚ ਜੋ ਔਰਬਿਟਸ ਨੇ ਕਿ ਉਹ ਐਕਚੁਅਲ ਸਰਕੂਲਰ ਨੇ। ਬੋਹਰ ਦਾ ਮਾਡਲ ਸਿਰਫ ਸਿੰਗਲ ਪਲੇਨ ਦੇ ਵਿੱਚ ਸੀਗਾ। ਅੱਗੇ ਔਰਬਿਟਸ ਦੇ ਵੀ ਕਈ ਪਾਰਟ ਹੁੰਦੇ ਨੇ ਲਾਈਕ ਸ਼ੈਲ ਔਰ ਸਬ ਸ਼ੈਲ। ਇਸ ਨੇ ਕੋਈ ਸਬ ਸ਼ੈਲ ਦੀ ਗੱਲ ਨਹੀਂ ਕੀਤੀ, ਇਸ ਨੇ ਕੋਈ ਔਰਬਿਟਲ ਦੀ ਗੱਲ ਨਹੀਂ ਕੀਤੀ, ਇਸ ਨੇ ਕੋਈ ਇਲੈਕਟ੍ਰੋਨ ਦੀ ਸਪਿਨ ਦੀ ਗੱਲ ਨਹੀਂ ਕੀਤੀ। ਜਿਵੇਂ ਜਿਵੇਂ ਚੈਪਟਰ ਅੱਗੇ ਚੱਲੂਗਾ ਤੁਹਾਨੂੰ ਹਰ ਟੌਪਿਕ ਡਿਟੇਲ ਦੇ ਵਿੱਚ ਸਮਝਾਇਆ ਜਾਊਗਾ। ਠੀਕ ਹੈ, ਇਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਚੈਪਟਰ ਦੇ ਵਿੱਚ ਤਾਂ ਆਪਾਂ ਅੱਗੇ ਹੈਸਨਬਰਗ ਅਨਸਰਟੇਨਿਟੀ ਪ੍ਰਿੰਸੀਪਲ ਪੜ੍ਹਾਂਗੇ ਜੋ ਬੋਹਰ ਨੇ ਐਕਸਪਲੇਨ ਨਹੀਂ ਕੀਤਾ। ਬੋਹਰ ਨੇ ਡਿਊਲ ਨੇਚਰ ਆਫ ਮੈਟਰ ਵੀ ਐਕਸਪਲੇਨ ਨਹੀਂ ਕੀਤਾ। ਜਿਵੇਂ ਜਿਵੇਂ ਚੈਪਟਰ ਅੱਗੇ ਚੱਲੂਗਾ ਤੁਹਾਨੂੰ ਹਰ ਟੌਪਿਕ ਦੀ ਕਲੀਅਰਟੀ ਜ਼ਿਆਦਾ ਹੁੰਦੀ ਜਾਊਗੀ। ਇਸ ਤੋਂ ਬਾਅਦ ਜਿੰਨੇ ਵੀ ਆਰਟੀਕਲਸ ਨੇ ਉਹ ਸਮਝ ਲਓ ਬੋਹਰ ਦੀ ਲਿਮਿਟੇਸ਼ਨਸ ਨੇ। ਇਸ ਤੋਂ ਬਾਅਦ ਜਿੰਨੇ ਵੀ ਆਰਟੀਕਲਸ ਨੇ ਉਹ ਕੀ ਨੇ ਬੋਹਰ ਦੀ ਲਿਮਿਟੇਸ਼ਨਸ ਨੇ। ਅਗਰ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਿਸੇ ਮਰਜ਼ੀ ਟਾਈਮ ਕਾਲ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ। ਥੈਂਕ ਯੂ।